Good morning, students. Today I am going to tell you about something interesting about enzymes. एंजाइम टॉपिक अपना रह गया सी पूरे चैप्टर ਦੇ ਵਿੱਚੋਂ ਸੋ ਮੈਨੂੰ ਕਾਫੀ ਸਟੂਡੈਂਟਸ ਨੇ ਕਿਹਾ ਸੀ ਕਿ ਸਰ ਇਹ ਟੌਪਿਕ ਸਾਨੂੰ ਪੜ੍ਹਾ ਦਿਓ ਇਹਦੇ ਤੇ ਲੈਕਚਰ ਲਿਖ ਦਿਓ ਤਾਂ ਐਂਜਾਈਮਸ ਵੀ ਬਹੁਤ ਇੰਪੋਰਟੈਂਟ ਹੈ ਚਾਹੇ ਤੁਹਾਡੇ ਕੋਈ ਕੰਪੀਟੀਟਿਵ ਐਗਜ਼ਾਮਸ ਨੇ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਚਾਹੇ ਤੁਹਾਡਾ PSCB ਬੋਰਡ ਹੈ ਜਾਂ CBSE ਬੋਰਡ ਹੈ ਉਹਦੇ ਪੁਆਇੰਟ ਆਫ ਵਿਊ ਤੋਂ ਐਂਜਾਈਮਸ ਆਰ ਵੈਰੀ ਇੰਪੋਰਟੈਂਟ ਸੋ ਜਿਸ ਤਰ੍ਹਾਂ ਕੈਟਲਿਸਟ ਕੰਮ ਕਰਦੇ ਨੇ ਆਪਾਂ ਬੋਲਿਆ ਸੀ ਕਿ ਕੈਟਲਿਸਟ ਕਿਸੇ ਵੀ ਕੈਮੀਕਲ ਰਿਐਕਸ਼ਨ ਨੂੰ ਸਪੀਡ ਅਪ ਕਰ ਸਕਦੇ ਨੇ ਜਾਂ ਉਹਦੀ ਸਪੀਡ ਸਲੋ ਕਰ ਸਕਦੇ ਨੇ ਉਸੇ ਤਰ੍ਹਾਂ ਹੀ ਐਂਜਾਈਮਸ ਕੰਮ ਕਰਦੇ ਨੇ ਐਂਜਾਈਮਸ ਹੁੰਦੇ ਕੀ ਨੇ ਐਂਜਾਈਮਸ ਹਾਈ ਮੋਲੀਕੂਲਰ ਮਾਸ ਬਾਇਓਕੈਮੀਕਲ ਸਬਸਟੈਂਸ ਹੁੰਦੇ ਨੇ ਅਗਰ ਆਪਾਂ ਕਹੀਏ ਥੀਸ ਆਰ ਪ੍ਰੋਟੀਨ ਮੋਲੀਕਿਊਲਸ ਵਿਚ ਟਾਈਪ ਆਫ ਪ੍ਰੋਟੀਨ ਗਲੋਬੂਲਰ ਪ੍ਰੋਟੀਨ ਸੋ ਇਹ ਸਹੀ ਰਹੇਗਾ ਸੋ ਜਿਹੜੇ ਐਂਜਾਈਮਸ ਨੇ ਉਹ ਗਲੋਬੂਲਰ ਪ੍ਰੋਟੀਨ ਹੁੰਦੇ ਨੇ ਜਾਂ ਗਲੋਬੂਲਰ ਪ੍ਰੋਟੀਨ ਮੋਲੀਕਿਊਲਸ ਹੁੰਦੇ ਨੇ ਜਿਹੜੀਆਂ ਬਾਇਓਕੈਮੀਕਲ ਰਿਐਕਸ਼ਨਸ ਨੇ ਉਹਨਾਂ ਨੂੰ ਇਹ ਸਪੀਡ ਅਪ ਕਰ ਦਿੰਦੇ ਨੇ ਠੀਕ ਹੈ ਜੀ ਪ੍ਰੋਡਿਊਸ ਕੀਤੇ ਜਾਂਦੇ ਨੇ ਬਾਈ ਪਲਾਂਟਸ ਐਂਡ ਐਨੀਮਲਸ ਸੋ ਓਵਰਆਲ ਅਗਰ ਮੈਂ ਇਹਦਾ ਓਵਰਵਿਊ ਕਰਾਂ ਤਾਂ ਜਿਹੜੇ ਐਂਜਾਈਮਸ ਨੇ ਦੇ ਆਰ ਬਾਇਓਕੈਮੀਕਲ ਸਬਸਟੈਂਸ ਜਿਹੜੇ ਬਾਇਓਲੋਜੀਕਲ ਰਿਐਕਸ਼ਨਸ ਨੂੰ ਸਪੀਡ ਅਪ ਕਰ ਦਿੰਦੇ ਨੇ ਠੀਕ ਹੈ ਜੀ ਦੇ ਆਰ ਪ੍ਰੋਟੀਨ ਮੋਲੀਕਿਊਲਸ ਇਹਨਾਂ ਦਾ ਮੋਲੀਕੂਲਰ ਮਾਸ ਹਾਈ ਹੁੰਦਾ 12,000 AMU ਤੋਂ 40,000 AMU ਤੱਕ ਇਹਨਾਂ ਦਾ ਜਿਹੜਾ ਐਟੋਮਿਕ ਮਾਸ ਆ ਉਹ ਵੇਰੀ ਕਰ ਸਕਦਾ ਸੋ ਹਾਈ ਮੋਲੀਕੂਲਰ ਮਾਸ ਦੇ ਸਬਸਟੈਂਸ ਨੇ ਬਾਇਓਕੈਮੀਕਲ ਰਿਐਕਸ਼ਨਸ ਨੂੰ ਇਹ ਸਪੀਡ ਅਪ ਕਰ ਦਿੰਦੇ ਨੇ ਇਹਨਾਂ ਨੂੰ ਬੋਲਦੇ ਆਪਾਂ ਐਂਜਾਈਮਸ ਫॉर ਐਗਜ਼ਾਮਪਲ ਤੁਹਾਡੇ ਕੋਲੇ ਸੁਕਰੋਜ਼ ਦਾ ਮੋਲੀਕਿਊਲ ਹੈ ਉਹਨੂੰ ਤੁਸੀਂ ਗਲੂਕੋਜ਼ ਐਂਡ ਫਰਕਟੋਜ਼ ਦੇ ਵਿੱਚ ਚੇਂਜ ਕਰਨਾ ਹੈ C12H22O11 ਇਹਨੂੰ ਤੁਸੀਂ ਗਲੂਕੋਜ਼ ਐਂਡ ਫਰਕਟੋਜ਼ ਦੇ ਵਿੱਚ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਇੱਕ ਐਂਜਾਈਮ ਯੂਜ਼ ਕਰੋਗੇ ਇਹ ਗਲੂਕੋਜ਼ ਹੈ ਇਹ ਫਰਕਟੋਜ਼ ਹੈ ਸੁਕਰੋਜ਼ ਹੈ ਤਾਂ ਇਹਨੂੰ ਤੁਸੀਂ ਗਲੂਕੋਜ਼ ਐਂਡ ਫਰਕਟੋਜ਼ ਦੇ ਵਿੱਚ ਜੇ ਕਨਵਰਟ ਕਰਨਾ ਤਾਂ ਇੱਥੇ ਐਂਜਾਈਮ ਯੂਜ਼ ਹੋਏਗਾ ਇਨਵਰਟੇਜ਼ ਐਂਜਾਈਮ ਯੂਜ਼ ਕਰਕੇ ਤੁਸੀਂ ਗਲੂਕੋਜ਼ ਐਂਡ ਫਰਕਟੋਜ਼ ਦੇ ਵਿੱਚ ਇਹਨੂੰ ਚੇਂਜ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਗਲੂਕੋਜ਼ ਨੂੰ ਈਥੇਨੋਲ ਦੇ ਵਿੱਚ ਚੇਂਜ ਕਰ ਸਕਦੇ ਹੋ ਬਾਈ ਯੂਜ਼ਿੰਗ ਜਾਈਮੇਜ਼ ਸੋ ਇਹ ਜਾਈਮੇਜ਼ ਹੈ ਜਾਂ ਇਨਵਰਟੇਜ਼ ਹੈ ਥੀਸ ਆਰ ਐਂਜਾਈਮਸ ਅਤੇ ਜਿਹੜੀਆਂ ਰਿਐਕਸ਼ਨਸ ਨੇ ਇਹ ਬਾਇਓ ਕੈਮੀਕਲ ਰਿਐਕਸ਼ਨਸ ਨੇ ਇਹਨਾਂ ਨੂੰ ਆਪਾਂ ਸਪੀਡ ਅਪ ਕਰਨ ਦੇ ਲਈ ਇਹ ਐਂਜਾਈਮਸ ਯੂਜ਼ ਕਰਦੇ ਹਾਂ ਸੋ ਐਂਜਾਈਮਸ ਵੀ ਕੈਟਲਿਸਟ ਦੀ ਤਰ੍ਹਾਂ ਹੀ ਹੁੰਦੇ ਨੇ ਬਟ ਇਹ ਬਾਇਓਕੈਮੀਕਲ ਰਿਐਕਸ਼ਨਸ ਨੂੰ ਸਪੀਡ ਅਪ ਕਰਦੇ ਨੇ ਅੱਗੇ ਆਪਾਂ ਕੁਝ ਪ੍ਰੋਪਰਟੀਜ਼ ਪੜ੍ਹਦੇ ਹਾਂ ਐਂਜਾਈਮਸ ਦੀਆਂ ਕੁਝ ਪ੍ਰੋਪਰਟੀਜ਼ ਆਪਾਂ ਪੜ੍ਹ ਲਈਆਂ ਕੁਝ ਹੋਰ ਇਹਦੇ ਨਾਲ ਲਿੰਕਡ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਆਪਾਂ ਸਟੱਡੀ ਕਰਦੇ ਹਾਂ ਦੇਖੋ ਆਪਾਂ ਨੇ ਬੋਲਿਆ ਕਿ ਐਂਜਾਈਮਸ ਕੀ ਨੇ ਐਂਜਾਈਮਸ ਹਾਈ ਮੋਲੀਕੂਲਰ ਮਾਸ ਦੇ ਸਬਸਟੈਂਸ ਨੇ ਹਾਈ ਮੋਲੀਕੂਲਰ ਮਾਸ ਇਹਨਾਂ ਦਾ ਹੁੰਦਾ ਹੈ ਫਰੋਮ 12,000 AMU to 40,000 AMU ਇਹਨਾਂ ਦਾ ਜਿਹੜਾ ਮੋਲੀਕੂਲਰ ਮਾਸ ਆ ਉਹ ਵੇਰੀ ਕਰਦਾ ਹੈ ਪ੍ਰੋਟੀਨ ਮੋਲੀਕਿਊਲਸ ਹੁੰਦੇ ਨੇ ਇਹ ਦੇ ਆਰ ਪ੍ਰੋਟੀਨ ਮੋਲੀਕਿਊਲਸ ਦੇ ਆਰ ਗਲੋਬੂਲਰ ਟਾਈਪ ਆਫ ਪ੍ਰੋਟੀਨ ਗਲੋਬੂਲਰ ਪ੍ਰੋਟੀਨ ਮੋਲੀਕਿਊਲਸ ਨੇ now next they are highly specific in nature ਸਪੈਸੀਫਿਕ ਦਾ ਮੀਨਿੰਗ ਇਹ ਹੈ ਕਿ ਪਰਟੀਕੂਲਰ ਰਿਐਕਸ਼ਨ ਦੇ ਲਈ ਪਰਟੀਕੂਲਰ ਐਂਜਾਈਮ ਯੂਜ਼ ਹੋਏਗਾ ਇੱਦਾਂ ਨਹੀਂ ਹੈ ਕਿ ਇੱਕ ਐਂਜਾਈਮ ਹੀ ਬਾਕੀ ਸਾਰੀਆਂ ਰਿਐਕਸ਼ਨਸ ਨੂੰ ਫਾਸਟ ਕਰ ਦੇਗਾ ਸੋ ਪਰਟੀਕੂਲਰ ਰਿਐਕਸ਼ਨ ਦੇ ਲਈ ਪਰਟੀਕੂਲਰ ਕੋਈ ਐਂਜਾਈਮ ਯੂਜ਼ ਹੁੰਦਾ ਹੋਵੇਗਾ ਠੀਕ ਹੈ ਜਿਸ ਤਰ੍ਹਾਂ ਮੈਂ ਪਿਛਲੀਆਂ ਦੋ ਐਗਜ਼ਾਮਪਲਸ ਦਿੱਤੀਆਂ ਨੇ ਇੱਕ ਦੇ ਵਿੱਚ ਆਪਾਂ ਇਨਵਰਟੇਜ਼ ਯੂਜ਼ ਕੀਤਾ ਇੱਕ ਦੇ ਵਿੱਚ ਜਾਈਮੇਜ਼ ਯੂਜ਼ ਕੀਤਾ ਅਗਰ ਮੈਂ ਕਹਾਂ ਕਿ ਜਾਈਮੇਜ਼ ਮੈਂ ਉੱਪਰ ਯੂਜ਼ ਕਰ ਲਵਾਂ ਜਾਂ ਇਨਵਰਟੇਜ਼ ਨੀਚੇ ਯੂਜ਼ ਕਰ ਲਵਾਂ ਅਲਕੋਹਲ ਬਣਾਉਣ ਦੇ ਲਈ ਤਾਂ ਵਿਚ ਇਜ਼ ਨਾਟ ਪੋਸੀਬਲ ਤਾਂ ਅਗਰ ਆਪਾਂ ਇਨਵਰਟੇਜ਼ ਯੂਜ਼ ਕਰਕੇ ਗਲੂਕੋਜ਼ ਨੂੰ ਅਲਕੋਹਲ 'ਚ ਚੇਂਜ ਕਰਨਾ ਚਾਹਾਂਗੇ ਤਾਂ ਉਹ ਕਦੀ ਵੀ ਚੇਂਜ ਨਹੀਂ ਹੋਏਗਾ ਇਟ ਮੀਨਸ ਇਹ ਹੋ ਗਿਆ ਕਿ ਹਰੇਕ ਰਿਐਕਸ਼ਨ ਦੇ ਲਈ ਇੱਕ ਅਲੱਗ ਐਂਜਾਈਮ ਕੰਮ ਕਰਦਾ ਪੂਰੀ ਬਾਡੀ ਦੇ ਵਿੱਚ ਠੀਕ ਹੈ ਜੀ ਨੈਕਸਟ ਹੈ ਕੋਲਾਈਡਲ ਨੇਚਰ ਜਿਹੜੇ ਐਂਜਾਈਮਸ ਹੁੰਦੇ ਨੇ ਬੇਸਿਕਲੀ ਦੇ ਆਰ ਪ੍ਰੋਟੀਨ ਮੋਲੀਕਿਊਲਸ ਪ੍ਰੋਟੀਨ ਵਾਟਰ ਦੇ ਵਿੱਚ ਡਿਜ਼ੋਲਵ ਹੋਈ ਵੀ ਹੁੰਦੀ ਹੈ ਸੋ ਇੱਕ ਕੋਲਾਈਡਲ ਸੋਲਿਊਸ਼ਨ ਇਹਨਾਂ ਨੇ ਫਾਰਮ ਕੀਤਾ ਹੁੰਦਾ ਅਗਰ ਆਪਾਂ ਇਹਦੇ ਵਿੱਚ ਕੋਈ ਇਲੈਕਟ੍ਰੋਲਾਈਟ ਐਡ ਕਰ ਦਈਏ
ਤਾਂ ਇਟ ਮੀਨਸ ਆਪਾਂ ਪ੍ਰੋਟੀਨ ਨੂੰ ਵਾਟਰ ਦੇ ਵਿੱਚੋਂ ਅਲੱਗ ਕਰ ਸਕਦੇ ਹਾਂ, ਇਹਨੂੰ ਪ੍ਰੈਸੀਪੇਟਸ ਦੇ ਵਿੱਚ ਚੇਂਜ ਕਰ ਸਕਦੇ ਹਾਂ। ਇੱਦਾਂ ਕਰਕੇ ਆਪਾਂ ਐਂਜ਼ਾਈਮ ਦੀ ਐਕਟੀਵਿਟੀ ਨੂੰ ਬਿਲਕੁਲ ਜ਼ੀਰੋ ਕਰ ਦਾਂਗੇ, ਐਂਜ਼ਾਈਮਸ ਕੰਮ ਕਰਨਾ ਬਿਲਕੁਲ ਬੰਦ ਕਰ ਦੇਣਗੇ। ਠੀਕ ਹੈ, ਸੋ ਆਪਾਂ ਇਲੈਕਟ੍ਰੋਲਾਈਟ ਐਡ ਕਰਕੇ ਕਿਸੇ ਵੀ ਐਂਜ਼ਾਈਮ ਦੀ ਐਕਟੀਵਿਟੀ ਨੂੰ ਕੰਟਰੋਲ ਕਰ ਸਕਦੇ ਹਾਂ, ਘਟਾ ਸਕਦੇ ਹਾਂ, ਜ਼ੀਰੋ ਕਰ ਸਕਦੇ ਹਾਂ। ਅੱਗੇ ਹਾਈ ਐਫੀਸ਼ੈਂਸੀ ਜਿਹੜੇ ਐਂਜ਼ਾਈਮਸ ਨੇ ਦੇ ਆਰ ਹਾਈਲੀ ਐਫੀਸ਼ੀਐਂਟ ਮੋਲੀਕਿਊਲਸ। ਕਿੱਦਾਂ ਐਫੀਸ਼ੀਐਂਟ, ਕਿੱਦਾਂ ਪਤਾ ਲੱਗੇਗਾ? ਜਨਰਲੀ ਇਹ ਰਿਐਕਸ਼ਨਸ ਨੂੰ 10⁻³ ਟੂ 10⁻⁶ ਟਾਈਮਸ ਇਨਕਰੀਜ਼ ਕਰ ਦਿੰਦੇ ਨੇ ਪਹਿਲਾਂ ਨਾਲੋਂ। ਜਿਵੇਂ ਕਿ ਇੱਕ ਸਿੰਪਲ ਜਿਹਾ ਆਈਡੀਆ ਕਿ ਇੱਕ ਸਿੰਗਲ ਮੋਲੀਕਿਊਲ ਹੈ ਤੁਹਾਡੇ ਕੋਲੇ, ਇੱਕ ਸਿੰਗਲ ਐਂਜ਼ਾਈਮ ਦਾ ਮੋਲੀਕਿਊਲ ਹੈ ਜਿਹੜਾ ਕਾਰਬੋਨਿਕ ਐਸਿਡ ਦੇ 30 ਮਿਲੀਅਨ ਮੋਲੀਕਿਊਲਸ ਨੂੰ 1 ਮਿੰਟ ਦੇ ਵਿੱਚ ਡੀਕੰਪੋਜ਼ ਕਰ ਦਿੰਦਾ। ਇੱਕ ਰਫ ਜਿਹਾ ਆਈਡੀਆ ਹੈ, ਇੱਕ ਸਿੰਗਲ ਮੋਲੀਕਿਊਲ ਹੈ ਐਂਜ਼ਾਈਮ ਦਾ, ਕਾਰਬੋਨਿਕ ਐਸਿਡ ਦੇ 30 ਮਿਲੀਅਨ ਮੋਲੀਕਿਊਲਸ ਨੂੰ 1 ਮਿੰਟ ਦੇ ਵਿੱਚ ਡੀਕੰਪੋਜ਼ ਕਰ ਸਕਦਾ। ਇਟ ਮੀਨਸ ਜਿਹੜੇ ਕਾਰਬੋਨਿਕ ਐਸਿਡ ਨੇ ਐਂਜ਼ਾਈਮਸ ਨੇ ਦੇ ਆਰ ਵੈਰੀ ਹਾਈ ਐਫੀਸ਼ੈਂਸ। ਕਾਰਬੋਨਿਕ ਐਸਿਡ ਨੂੰ ਆਪਾਂ ਡੀਕੰਪੋਜ਼ ਕਰ ਸਕਦੇ ਹਾਂ, ਇਸ ਲਈ ਜਿਹੜਾ ਇੱਥੇ ਐਂਜ਼ਾਈਮ ਯੂਜ਼ ਕੀਤਾ ਹੈ ਉਹ ਕਾਫੀ ਜ਼ਿਆਦਾ ਐਫੀਸ਼ੀਐਂਟ ਹੈ। ਇਟ ਮੀਨਸ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੰਨੇ ਵੀ ਐਂਜ਼ਾਈਮਸ ਨੇ ਉਹ ਕਾਫੀ ਜ਼ਿਆਦਾ ਐਫੀਸ਼ੀਐਂਟ ਹੁੰਦੇ ਨੇ, ਮਤਲਬ ਥੋੜ੍ਹੀ ਜਿਹੀ ਕੁਆਂਟੀਟੀ ਦੇ ਵਿੱਚ ਆਪਾਂ ਯੂਜ਼ ਕਰਕੇ ਰਿਐਕਸ਼ਨ ਨੂੰ ਸਪੀਡ ਅਪ ਕਰ ਸਕਦੇ ਹਾਂ, ਕਾਫੀ ਸਾਰੇ ਮੋਲੀਕਿਊਲਸ ਨੂੰ ਅੱਗੇ ਪ੍ਰੋਡਕਟ ਦੇ ਵਿੱਚ ਚੇਂਜ ਕਰ ਸਕਦੇ ਹਾਂ। ਨੈਕਸਟ ਆ ਗਿਆ ਇਫੈਕਟ ਆਫ ਟੈਂਪਰੇਚਰ। ਨੈਕਸਟ ਇਜ਼ ਇਫੈਕਟ ਆਫ ਟੈਂਪਰੇਚਰ। ਟੈਂਪਰੇਚਰ ਵੀ ਐਂਜ਼ਾਈਮਸ ਦੀ ਐਕਟੀਵਿਟੀ ਨੂੰ ਅਫੈਕਟ ਕਰਦੇ ਨੇ। ਇੱਕ ਨੋਰਮਲੀ ਅਗਰ ਟੈਂਪਰੇਚਰ ਦੇਖੀਏ ਆਪਾਂ 25 ਤੋਂ 37 ਡਿਗਰੀ ਸੈਲਸੀਅਸ, ਇੱਕ ਇੱਦਾਂ ਦੀ ਟੈਂਪਰੇਚਰ ਦੀ ਰੇਂਜ ਹੈ ਜਿੱਥੇ ਐਂਜ਼ਾਈਮਸ ਦੀ ਐਕਟੀਵਿਟੀ ਮੈਕਸਿਮਮ ਹੁੰਦੀ ਹੈ। ਅਗਰ ਟੈਂਪਰੇਚਰ ਘੱਟ ਜੇ ਜਾਂ ਟੈਂਪਰੇਚਰ ਵੱਧ ਜੇ, ਜਿਵੇਂ ਕਿ ਕਿਸੇ ਵੀ ਪਰਸਨ ਨੂੰ ਫੀਵਰ ਹੈ, ਫੀਵਰ ਦੇ ਵਿੱਚ ਟੈਂਪਰੇਚਰ ਕਾਫੀ ਜ਼ਿਆਦਾ ਵਧਿਆ ਹੁੰਦਾ, 37 ਤੋਂ ਜ਼ਿਆਦਾ ਹੁੰਦਾ, ਸੋ ਉਹਨਾਂ ਦੇ ਐਂਜ਼ਾਈਮਸ ਪ੍ਰੋਪਰਲੀ ਉੱਥੇ ਕੰਮ ਨਹੀਂ ਕਰਨਗੇ। ਸੇਮ ਹੀ ਅਗਰ ਟੈਂਪਰੇਚਰ 25 ਤੋਂ ਲੋਅਰ ਹੈ ਤਾਂ ਵੀ ਐਂਜ਼ਾਈਮਸ ਪ੍ਰੋਪਰਲੀ ਕੰਮ ਨਹੀਂ ਕਰਨਗੇ। ਸੋ ਐਂਜ਼ਾਈਮਸ ਦੇ ਐਕਟੀਵਿਟੀ ਜਿੱਥੇ ਮੈਕਸਿਮਮ ਹੈ ਉਹ ਟੈਂਪਰੇਚਰ ਦੀ ਰੇਂਜ ਹੈ 25 ਤੋਂ 37 ਡਿਗਰੀ ਸੈਲਸੀਅਸ ਟੈਂਪਰੇਚਰ। ਇਸ ਟੈਂਪਰੇਚਰ ਰੇਂਜ ਨੂੰ ਆਪਾਂ ਬੋਲਦੇ ਹਾਂ ਆਪਟੀਮਮ ਟੈਂਪਰੇਚਰ। ਠੀਕ ਹੈ, ਇਸੇ ਤਰ੍ਹਾਂ ਹੀ pH ਵੈਲਿਊ ਵੀ ਅਫੈਕਟ ਕਰਦੀ ਹੈ ਐਂਜ਼ਾਈਮਸ ਨੂੰ। ਅਗਰ pH ਵੈਲਿਊ ਚੇਂਜ ਹੁੰਦੀ ਹੈ ਤਾਂ ਐਂਜ਼ਾਈਮਸ ਦੀ ਐਕਟੀਵਿਟੀ ਚੇਂਜ ਹੁੰਦੀ ਹੈ, ਘਟ ਸਕਦੀ ਹੈ, ਵੱਧ ਸਕਦੀ ਹੈ। ਇੱਕ ਰਫ ਜਿਹਾ ਆਈਡੀਆ 5 ਤੋਂ 7 ਅਗਰ pH ਵੈਲਿਊ ਰਹਿੰਦੀ ਹੈ ਤਾਂ ਐਂਜ਼ਾਈਮਸ ਦੀ ਐਕਟੀਵਿਟੀ ਮੈਕਸਿਮਮ ਹੁੰਦੀ ਹੈ। ਇਟ ਮੀਨਸ ਇਹ ਆਪਟੀਮਮ pH ਵੈਲਿਊ ਹੈ ਜਿੱਥੇ ਐਂਜ਼ਾਈਮਸ ਆਪਣੇ ਪ੍ਰੋਪਰਲੀ ਕੰਮ ਕਰਨਗੇ ਤੇ ਐਕਟੀਵਿਟੀ ਉਹਨਾਂ ਦੀ ਮੈਕਸਿਮਮ ਹੋਏਗੀ। ਨੈਕਸਟ ਹੈ ਐਂਜ਼ਾਈਮਸ ਇਨਹੀਬਿਟਰਸ। ਕੁਛ ਇੱਦਾਂ ਦੇ ਸਬਸਟੈਂਸ ਨੇ ਜਿਹੜੇ ਐਂਜ਼ਾਈਮਸ ਦੀ ਐਕਟੀਵਿਟੀ ਨੂੰ ਘਟਾ ਸਕਦੇ ਨੇ, ਜ਼ੀਰੋ ਕਰ ਸਕਦੇ ਨੇ। ਦੇ ਆਰ ਐਂਜ਼ਾਈਮ ਇਨਹੀਬਿਟਰ, ਔਰ ਉਹਨਾਂ ਨੂੰ ਆਪਾਂ ਪੋਇਜ਼ਨ ਵੀ ਬੋਲ ਸਕਦੇ ਹਾਂ। ਫੋਰ ਐਗਜ਼ਾਮਪਲ ਸਿਲਵਰ ਆਇਨ, ਮਰਕਰੀ ਆਇਨ, ਜਾਂ ਤੁਹਾਡੇ ਕੋਲ ਡਰੱਗਸ ਨੇ ਕੁਛ ਇੱਦਾਂ ਦੀਆਂ ਜਿਹੜੀਆਂ ਐਂਜ਼ਾਈਮਸ ਦੀ ਐਕਟੀਵਿਟੀ ਨੂੰ ਲੋਅ ਡਾਊਨ ਕਰਦੀਆਂ ਨੇ, ਡਿਕਰੀਜ਼ ਕਰਦੀਆਂ ਨੇ। ਸੋ ਇਹਨਾਂ ਨੂੰ ਆਪਾਂ ਬੋਲਦੇ ਹਾਂ ਪੋਇਜ਼ਨਸ, ਜਿਹੜੇ ਐਂਜ਼ਾਈਮਸ ਦੀ ਐਕਟੀਵਿਟੀ ਨੂੰ ਘਟਾਉਂਦੇ ਨੇ ਜਾਂ ਬਿਲਕੁਲ ਜ਼ੀਰੋ ਕਰ ਦਿੰਦੇ ਨੇ। ਕੁਛ ਇੱਦਾਂ ਦੇ ਸਬਸਟੈਂਸ ਵੀ ਨੇ ਜਿਹੜੇ ਐਂਜ਼ਾਈਮਸ ਦੀ ਐਕਟੀਵਿਟੀ ਨੂੰ ਇਨਕਰੀਜ਼ ਕਰ ਸਕਦੇ ਨੇ, ਪਹਿਲਾਂ ਨਾਲੋਂ ਜ਼ਿਆਦਾ ਵਧੀਆ ਕੰਮ ਕਰਨ ਲਾ ਦਿੰਦੇ ਨੇ। ਦੇ ਆਰ ਕੋ ਐਂਜ਼ਾਈਮਸ ਔਰ ਪ੍ਰਮੋਟਰਸ। ਸਪੋਜ਼ ਦੈਟ ਸੋਡੀਅਮ ਹੈ, ਕਾਪਰ 2 ਪੋਜ਼ੀਟਿਵ, ਇਸ ਤਰ੍ਹਾਂ ਕੋਬਾਲਟ 2 ਪੋਜ਼ੀਟਿਵ, ਇਸ ਤਰ੍ਹਾਂ ਮੈਂਗਨੀਜ਼ 2 ਪੋਜ਼ੀਟਿਵ। ਇਹ ਕੁਝ ਮੈਟਲ ਆਇਨਸ ਨੇ ਜਿਹੜੇ ਐਂਜ਼ਾਈਮਸ ਦੀ ਐਕਟੀਵਿਟੀ ਨੂੰ ਇਨਕਰੀਜ਼ ਕਰ ਦਿੰਦੇ ਨੇ। ਅਗਰ ਆਪਣੇ ਫੂਡ ਦੇ ਵਿੱਚ, ਵਾਟਰ ਦੇ ਵਿੱਚ ਇਹ ਆਇਨਸ ਪ੍ਰੈਜ਼ੈਂਟ ਨੇ ਤਾਂ ਆਪਣੀ ਬਾਡੀ ਦੇ ਵਿੱਚ ਜਿੰਨੀਆਂ ਵੀ ਬਾਇਓਕੈਮੀਕਲ ਰਿਐਕਸ਼ਨਸ ਨੇ ਉਹ ਪਹਿਲਾਂ ਨਾਲੋਂ ਵੱਧ ਸਪੀਡ ਅਪ ਹੋ ਜਾਣਗੀਆਂ। ਠੀਕ ਹੈ ਜੀ, ਤਾਂ ਇਹ ਕੁਛ ਆਪਣੇ ਕੋਲੇ ਪੁਆਇੰਟਸ ਸੀਗੇ ਜਿਹੜੇ ਐਂਜ਼ਾਈਮਸ ਨਾਲ ਰਿਲੇਟਡ ਸੀ। ਅੱਗੇ ਆਪਾਂ ਪੜ੍ਹਦੇ ਹਾਂ ਕਿ ਐਂਜ਼ਾਈਮਸ ਕੰਮ ਕਿਵੇਂ ਕਰਦੇ ਨੇ। ਮਕੈਨਿਜ਼ਮ ਆਫ ਐਂਜ਼ਾਈਮ ਕੈਟਾਲਾਈਜ਼ਡ ਰਿਐਕਸ਼ਨਸ। ਮਕੈਨਿਜ਼ਮ ਇਹਨਾਂ ਦਾ ਕਿੱਦਾਂ ਇਹ ਕੰਮ ਕਰਨਗੇ।
देखो इत्थे जिहड़ा आपां रिएक्टेंट यूज़ करते हैं वो आपां सबस्ट्रेट बोलते हैं। जिन्नियां भी बायोकैमिकल रिएक्शनस ने बायोलॉजिकल रिएक्शनस ने उत्थे आपां रिएक्टेंट नूं किस नाम नाल प्रोनाउंस करते हैं? सबस्ट्रेट नाल। सो मकैनिज़म अगर आपां इहदा करिए तो 3 स्टैप्स दे विच इह रिएक्शन चलदी है। एंजाइम कैटलाइज दी रिएक्शन फर्स्ट स्टैप दे विच की हुंदा जिहड़ा एंजाइम है वो सबस्ट्रेट दे नाल रिएक्ट करदा है। एंजाइम सबस्ट्रेट कंपलैक्स बना दिंदा है। ये काफ़ी फास्ट रिएक्शन है तो रिवर्सीबल भी है। सैकेंड स्टैप दे विच की हुंदा है जिहड़ा एंजाइम सबस्ट्रेट कंपलैक्स है ये अगे एंजाइम प्रोडक्ट दे विच चेंज हो जाता है। थर्ड स्टैप दे विच की हुंदा है जिहड़ा एंजाइम प्रोडक्ट है एंजाइम नूं ते प्रोडक्ट नूं अलग अलग कर दिंदा है। ये थर्ड स्टैप है। मीनस एंजाइम दी सरफेस के उपर सबस्ट्रेट आउंदा है ये रिएक्ट करता है फिर प्रोडक्ट दिंदा है ये सरफेस तो दूर चल जाता है। फिर दूसरा मॉलीक्यूल आता है सरफेस नाल स्ट्राइक करता है रिएक्ट करता है प्रोडक्ट दिंदा है तो सरफेस तो दूर चल जाता है। इदां करके काफ़ी सारे मॉलीक्यूल्स विद इन 1 सैकेंड काफ़ी सारे मॉलीक्यूल्स लगातार प्रोडक्ट दे के यदि सरफेस चो एवेपोरेट हो जाते हैं। मीनस यदि आपकी क्वांटिटी की रही है सेम रही है। सो एक तरह के कैटलिस्ट का ही ये काम करते हैं। तो एक जनरल जहा मकैनिज़म है एंजाइम कैटलाइज